ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ। ਤਾਂ ਫਰੈਂਡਸ, ਅੱਜ ਅਸੀਂ ਕਰਨ ਵਾਲੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਵਿਸ਼ਾ ਸਮਾਜਿਕ ਵਿਗਿਆਨ ਦਾ ਮੋਡਲ ਟੈਸਟ ਪੇਪਰ ਟਰਮ 2। ਤਾਂ ਅੱਜ ਅਸੀਂ ਸਮਾਜਿਕ ਵਿਗਿਆਨ ਦਾ ਮੋਡਲ ਟੈਸਟ ਪੇਪਰ ਕਰਾਂਗੇ ਅਤੇ ਤੁਹਾਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਵੀ ਦੱਸਾਂਗੇ। ਤਾਂ ਚਲੋ ਅਸੀਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਪਹਿਲਾਂ ਆਪਾਂ ਪ੍ਰਸ਼ਨ ਪੜ੍ਹ ਲੈਂਦੇ ਹਾਂ, ਫਿਰ ਇਹਨਾਂ ਦੇ ਉੱਤਰ ਵੀ ਤੁਹਾਨੂੰ ਨੋਟਬੁੱਕ ਵਿੱਚ ਦੱਸੇ ਜਾਣਗੇ। ਪਹਿਲਾ ਪ੍ਰਸ਼ਨ ਹੈ, ਕੁਦਰਤੀ ਆਫਤਾਂ ਤੋਂ ਕੀ ਭਾਵ ਹੈ। ਦੂਸਰਾ ਪ੍ਰਸ਼ਨ, ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ। ਤੀਸਰਾ ਪ੍ਰਸ਼ਨ ਹੈ, ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ। ਤਾਂ ਤਿੰਨੋਂ ਪ੍ਰਸ਼ਨ ਇੱਕ ਨੰਬਰਾਂ ਦੇ ਨੇ। ਤਿੰਨ ਪ੍ਰਸ਼ਨ 3 ਨੰਬਰਾਂ ਦੇ ਨੇ। ਭਾਗ ਗੈੜਾ 2-2 ਨੰਬਰਾਂ ਵਾਲੇ ਪ੍ਰਸ਼ਨ। ਭਾਰਤ ਵਿੱਚ ਕੱਚਾ ਲੋਹਾ ਕਿੱਥੇ ਮਿਲਦਾ ਹੈ। ਭੂਚਾਲ ਤੋਂ ਤੁਹਾਡਾ ਕੀ ਭਾਵ ਹੈ। ਚੱਕਰਵਾਤ ਕੀ ਹੁੰਦਾ ਹੈ ਤੇ ਇਸ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੱਛਮੀ ਸਿੱਖਿਆ ਪ੍ਰਣਾਲੀ ਦੇ ਕੋਈ 2 ਪ੍ਰਭਾਵ ਲਿਖੋ। ਸਤੀ ਪ੍ਰਥਾ ਨੂੰ ਕਦੋਂ ਤੇ ਕਿਸ ਦੇ ਯਤਨਾਂ ਸਦਕਾ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਵੀਰਸਲਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਦੇ ਪੈਗੰਬਰ ਕਿਉਂ ਕਿਹਾ ਜਾਂਦਾ ਹੈ। ਬਸਤੀਵਾਦ ਤੋਂ ਕੀ ਭਾਵ ਹੈ। ਸਰਕਾਰੀ ਵਕੀਲ ਕੀ ਹੁੰਦੇ ਹਨ। ਫੌਜਦਾਰੀ ਮੁਕੱਦਮੇ ਕਿਹੜੇ ਹੁੰਦੇ ਹਨ। ਅਨਪੜ੍ਹਤਾ ਦਾ ਲੋਕਤੰਤਰ 'ਤੇ ਕੀ ਪ੍ਰਭਾਵ ਪੈਂਦਾ ਹੈ। ਤਾਂ ਇਹ 10 ਪ੍ਰਸ਼ਨ ਨੇ 2-2 ਨੰਬਰਾਂ ਵਾਲੇ ਅਤੇ ਇਹ 10 ਦੇ 10 ਪ੍ਰਸ਼ਨ ਕਰਨੇ ਨੇ। ਭਾਗ ਈਡੀ। ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ 3 ਪ੍ਰਸ਼ਨਾਂ ਦੇ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ। ਤੇ ਪ੍ਰਸ਼ਨ ਨੇ 3-3 ਨੰਬਰਾਂ ਵਾਲੇ। ਇਹਨਾਂ ਵਿੱਚੋਂ ਤੁਸੀਂ 5 ਪ੍ਰਸ਼ਨਾਂ ਵਿੱਚੋਂ ਤੁਸੀਂ 3 ਪ੍ਰਸ਼ਨ ਕਰਨੇ ਨੇ, ਲੇਕਿਨ ਅੱਜ ਆਪਾਂ ਸਾਰੇ ਪ੍ਰਸ਼ਨ ਹੱਲ ਕਰਾਂਗੇ। ਤਾਂ ਪਹਿਲਾ ਪ੍ਰਸ਼ਨ ਹੈ, ਪੰਜਾਬ ਵਿੱਚ ਕਪਾਹ ਦੀ ਪੈਦਾਵਾਰ 'ਤੇ ਇੱਕ ਨੋਟ ਲਿਖੋ। ਦੂਸਰਾ ਪ੍ਰਸ਼ਨ, ਚਾਹ ਅਤੇ ਕੌਫੀ ਦੇ ਪੌਦੇ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ। ਤੀਸਰਾ ਪ੍ਰਸ਼ਨ ਹੈ, ਭਾਰਤ ਛੱਡੋ ਅੰਦੋਲਨ ਕੀ ਸੀ। ਚੌਥਾ ਪ੍ਰਸ਼ਨ, ਸੰਪਰਦਾਇਕਤਾ 'ਤੇ ਨੋਟ ਲਿਖੋ। ਪੰਜਵਾਂ ਪ੍ਰਸ਼ਨ ਹੈ, ਭਾਰਤੀ ਸੰਸਦ ਦੀ ਬਣਤਰ ਲਿਖੋ। ਭਾਗ ਸੱਸਾ। ਤਾਂ ਇੱਥੇ ਇੱਕ ਪੈਰਾ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪ੍ਰਸ਼ਨ ਦਿੱਤੇ ਗਏ ਹਨ 1-1 ਨੰਬਰਾਂ ਵਾਲੇ, ਤੇ ਇਹਨਾਂ ਦੇ ਉੱਤਰ ਤੁਸੀਂ ਇਸ ਪੈਰੇ ਵਿੱਚੋਂ ਦੇਖ ਕੇ ਕਰ ਲੈਣੇ ਨੇ। ਬੰਗਾਲ ਦੀ ਵੰਡ ਦਾ ਉਦੇਸ਼ ਕੀ ਸੀ। ਬੰਗਾਲ ਦੀ ਵੰਡ ਦੇ ਵਿਰੁੱਧ ਵਿੱਚ ਕਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ। ਕਾਂਗਰਸ ਵਿੱਚ ਕਿਹੜੇ ਦਲ ਸਥਾਪਿਤ ਹੋਏ। ਉਸ ਤੋਂ ਭਾਗ ਹਾਹਾ, ਭਾਰਤ ਦੇ ਨਕਸ਼ੇ ਵਿੱਚ ਕੋਈ 5 ਸਥਾਨ ਭਰੋ। ਤਾਂ ਇਹਨਾਂ ਵਿੱਚੋਂ ਤੁਸੀਂ 8 ਸਥਾਨ ਦਿੱਤੇ ਗਏ ਨੇ। ਇਹਨਾਂ ਵਿੱਚੋਂ ਜਿਹੜੇ ਵੀ ਤੁਹਾਨੂੰ ਆਉਂਦੇ ਨੇ ਤੁਸੀਂ 5 ਸਥਾਨ ਨਕਸ਼ੇ ਵਿੱਚ ਭਰ ਸਕਦੇ ਹੋ। ਇਹ ਤੁਹਾਡਾ 5 ਨੰਬਰ ਦਾ ਹੋਵੇਗਾ ਨਕਸ਼ਾ। ਤਾਂ ਹੁਣ ਤੁਸੀਂ ਪੇਪਰ ਦੇਖ ਲਿਆ ਹੋਵੇਗਾ। ਹੁਣ ਅਸੀਂ ਇਹਨਾਂ ਪ੍ਰਸ਼ਨਾਂ ਨੂੰ ਸੋਲਵ ਕਰਦੇ ਹਾਂ। ਤੁਹਾਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੱਸਦੇ ਹਾਂ। ਟਰਮ 2 ਕਲਾਸ 8ਵੀਂ ਮੋਡਲ ਟੈਸਟ ਪੇਪਰ ਵਿਸ਼ਾ ਸਮਾਜਿਕ ਵਿਗਿਆਨ। ਤਾਂ ਪਹਿਲਾ ਪ੍ਰਸ਼ਨ ਹੈ, ਕੁਦਰਤੀ ਆਫਤਾਂ ਤੋਂ ਕੀ ਭਾਵ ਹੈ। ਉੱਤਰ, ਕੁਦਰਤੀ ਆਫਤਾਂ ਤੋਂ ਭਾਵ ਕੁਦਰਤ ਵੱਲੋਂ ਆਉਣ ਵਾਲੀਆਂ ਆਫਤਾਂ, ਜਿਵੇਂ ਕਿ ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ, ਚੱਕਰਵਾਤ, ਭੂਮੀ ਦਾ ਖਿਸਕਣਾ, ਸੋਕਾ ਆਦਿ। ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਚੁਣੇ ਗਏ। ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ। 2 ਮੈਂਬਰ। ਭਾਗ ਐੜਾ। ਭਾਰਤ ਵਿੱਚ ਕੱਚਾ ਲੋਹਾ ਕਿੱਥੇ ਮਿਲਦਾ ਹੈ। ਕੱਚਾ ਲੋਹਾ ਪੈਦਾ ਕਰਨ ਵਾਲੇ ਮੁੱਖ ਖੇਤਰ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਤਾਮਿਲਨਾਡੂ ਹਨ। ਭੂਚਾਲ ਤੋਂ ਤੁਹਾਡਾ ਕੀ ਭਾਵ ਹੈ। ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਦਾ ਨਾਂ ਦਿੰਦੇ ਹਾਂ। ਕਈ ਵਾਰ ਇਹ ਭੂਚਾਲ ਇੰਨੇ ਹਲਕੇ ਹੁੰਦੇ ਹਨ ਕਿ ਮਹਿਸੂਸ ਵੀ ਨਹੀਂ ਹੁੰਦੇ, ਪਰੰਤੂ ਕਈ ਵਾਰ ਭੂਚਾਲ ਦੀ ਤੀਬਰਤਾ ਜ਼ਿਆਦਾ ਹੋਣ ਕਰਕੇ ਹਰ ਪਾਸੇ ਤਬਾਹੀ ਮਚ ਜਾਂਦੀ ਹੈ। ਚੱਕਰਵਾਤ ਕੀ ਹੁੰਦਾ ਹੈ। ਇਸ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਚੱਕਰਵਾਤ ਜਾਂ ਤੂਫਾਨ ਤੇਜ਼ ਹਵਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੁੰਦੀ ਹੈ। ਚੱਕਰਵਾਤ ਹਵਾ ਦੇ ਘੱਟ ਦਬਾਅ ਕਰਕੇ ਪੈਦਾ ਹੁੰਦੇ ਹਨ। ਜ਼ਿਆਦਾਤਰ ਚੱਕਰਵਾਤ ਭੂ-ਮੱਧ ਰੇਖਾ ਤੋਂ 5 ਡਿਗਰੀ ਤੋਂ 20 ਡਿਗਰੀ ਉੱਤਰ ਅਤੇ ਦੱਖਣ ਵਿੱਚ ਪੈਦਾ ਹੁੰਦੇ ਹਨ। ਇਹਨਾਂ ਨੂੰ ਹਰੀਕੇਨ, ਟਾਈਫੂਨ, ਝੱਖੜ ਜਾਂ ਵਾਵਰੋਲਾ ਵੀ ਕਿਹਾ ਜਾਂਦਾ ਹੈ। ਤਾਂ ਅੱਗੇ ਹੈ, ਅਗਲਾ ਪ੍ਰਸ਼ਨ ਹੈ, ਪੱਛਮੀ ਸਿੱਖਿਆ ਪ੍ਰਣਾਲੀ ਦੇ ਕੋਈ 2 ਪ੍ਰਭਾਵ ਲਿਖੋ।
नंबर 1 प्रभाव है भारतीय ने पश्चिमी सभ्यता नूं उत्तम मनना शुरू कर दिता है। नंबर 2 प्रभाव इन्हां संस्थावां विच पढ़न वाले भारतीय विद्यार्थी हर एक चीज़ जो पश्चिम तो आउंदी सी दी प्रशंसा करते हैं। अगला प्रश्न सी सती प्रथा नूं कदों ते किस दे यत्नां सदका गैर कानूनी घोषित किया गया। उत्तर सती प्रथा नूं 1829 ईस्वी विच राजा राम मोहन राय दे यत्नां सदका विलियम बैटिक ने गैर कानूनी घोषित कर दिता गया। अगला प्रश्न वीरसलिंगम नूं अजोके आंध्र प्रदेश के पैगंबर क्यों कहा जाता है। वीरसलिंगम ने सारी उम्र समाज सेवा समाज सुधारक अते नीवीं जातियां दे लोकां दी हालत सुधारन संबंधी महान योगदान पाया। इस करके उन्हां नूं वर्तमान आंध्र प्रदेश राज दे समाज दे पैगंबर कहा जाता है। अगला प्रश्न है बस्तीवाद तो की भाव है। बस्तीवाद तो भाव अर्थ है किसी देश उत्ते देश या देशों द्वारा राजनीतिक आर्थिक और समाजिक तौर पर अधिकार करना। सरकारी वकील कौन होंदे हन। जिहड़े वकील सरकार के हक विच केस लड़ते हैं उन्हां नूं सरकारी वकील कहा जाता है। सरकारी वकील वक्रे वक्रे केसां नूं लड़न लई वक्रे वक्रे हुंदे हन। फौजदारी मुकदमे किहड़े हुंदे हन। फौजदारी मुकदमे ओह हुंदे हन जिन्हां विच मार-धाड़ लड़ाई झगड़े गाली गलोच आदि आउंदे हन। जदों किसी का सरीरक नुकसान होता है सੱਟ पेट या किसी अंग का नुकसान होता है अजिहे मुकदमे फौजदारी मुकदमे होंदे हन। अनपढ़ता का लोकतंत्र ते की प्रभाव पैंदा है। नंबर 1 प्रभाव है अनपढ़ता सारिया समाजिक असमानतावां दी जड़ है। नंबर 2 लोकतंत्र की सफलता के रस्ते विच रुकावट है। नंबर 3 अनपढ़ता लोकमत के निर्माण विच रुकावट है। अनपढ़ता समाज लई लानत है। पंजाब विच कपाह की पैदावार ते एक नोट लिखो। कपाह की फसल मैदानां विच अप्रैल मई के महीने विच बीजी जाती है ते कोहरा शुरू होने तो पहला दसंबर तक संभाल ली जाती है। भारत के दक्षिणी भागों विच कपाह की फसल अक्तूबर तो अप्रैल मई तक होंदी है क्योंकि उत्ते ठंड या कोहरे की कोई संभावना नहीं होंदी। कपाह नूं बीमारियां दे कीड़े तो बचाउण लई कीड़ेमार दवाइयां की बहुत जरूरत पैंदी है। USA दे देश चीन मैक्सीको मिस्र सूडान भारत दे अते पाकिस्तान वर्गे देश संसार के प्रमुख कपाह पैदा करने वाले देश सन। अगे चाह ते कॉफ़ी के पौधे की साਂਭ संभाल किवें कीती जाती है। चाह के पौधों नूं साफ कीतियां ढलानां ते लगाया जाता है। पौधों के सही विकास लई खादां दा प्रयोग करना जरूरी हो जाता है। चाह के पौधे नूं कांट-छांट की जरूरत पैंदी है ताकि इसका सही तरह विकास हो सके। अगे कॉफ़ी के पौधे पहला नर्सरी विच उगाए जाते हैं। कॉफ़ी के खेतों विच खादां पौधों की कटाई पौधों की कटाई छटाई सिंचाई की लोड़ पैंदी रहिंदी है। कॉफ़ी के पौधों के उगण समय अते फसल पकण समय गर्म अते धुप वाला मौसम लोड़ींदा है। कॉफ़ी के पौधे की ऊंचाई लगभग 8 फुट तक रखी जाती है। अगला प्रश्न सी भारत छड्डो अंदोलन की सी। दूजे विश्व युद्ध पिछों 8 अगस्त 1942 ईस्वी नूं गांधी जी ने भारत छड्डो अंदोलन शुरू किया। सरकार ने 9 अगस्त 1942 नूं गांधी जी अते कांग्रेस के होर नेतावां नूं गिरफ्तार कर लिया। यह खबर सुन के गुस्से विच आके लोगों ने थां थां ते पुलिस थाणियां सरकारी भवनां डाकखाने अते रेलवे स्टेशनां आदि नूं नुकसान पहुँचाया। संप्रदायिकता ते नोट लिखो। भारत एक धर्म निरपक्ष देश है। इत्थे सारे धर्मां दे लोग रहिंदे हन जिन्हां दे अलग अलग धार्मिक विश्वास हैं। इन्हां लोगों ने फिरकू दंगे फसादा उत्पन्न किए हैं। बहुत सारे लोगों का विचार है कि सरकार नूं कुछ घट गिनती वाले लोगों वाल भी ध्यान देने की लोड़ है। तो लास्ट प्रश्न सी भारतीय संसद की बनतर लिखो। संसद की बनतर संसद के 2 सदन होंदे हन लोक सभा अते राज सभा। लोक सभा जिवें ना तो ही स्पष्ट होंदा है इस विच लोकां द्वारा प्रत्यक्ष चुने गए मैंबर आउंदे हन। मैंबरां की गिनती समय समय वधदी गई। वर्तमान समय लोक सभा के मैंबरां की गिनती 545 निश्चित की गई। राज सभा यह एक संस्थाई सदन है। वर्तमान समय इस सदन के मैंबरां की गिनती 250 निश्चित की गई है। भाग सस्सा तो पहला पैरा पढ़ लांगे। 1905 ईस्वी में लॉर्ड कर्जन ने बंगाल की वंड कर दी। इस वंड कारण
ਦਾ ਅਸਲੀ ਉਦੇਸ਼ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫੁੱਟ ਪਾਉਣੀ ਅਤੇ ਰਾਸ਼ਟਰੀ ਸ਼ਕਤੀ ਨੂੰ ਕਮਜ਼ੋਰ ਕਰਨਾ ਸੀ। ਸਰਕਾਰ ਨੇ ਜਦੋਂ ਬੰਗਾਲ ਦੀ ਵੰਡ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਥਾਂ-ਥਾਂ ਤੇ ਜਲਸੇ ਜਲੂਸ ਅਤੇ ਹੜਤਾਲਾਂ ਸ਼ੁਰੂ ਕਰ ਦਿੱਤੀਆਂ। ਬੰਗਾਲ ਦੀ ਵੰਡ ਦੇ ਵਿਰੁੱਧ ਵਿੱਚ ਸਵਦੇਸ਼ੀ ਅੰਦੋਲਨ ਸ਼ੁਰੂ ਕੀਤਾ ਗਿਆ। ਬੰਗਾਲ ਦੀ ਵੰਡ ਹੋਣ ਕਾਰਨ ਕਾਂਗਰਸ ਵਿੱਚ ਨਰਮ ਦਲ ਅਤੇ ਗਰਮ ਦਲ ਦੋ ਸ਼ਕਤੀਸ਼ਾਲੀ ਦਲ ਸਥਾਪਿਤ ਹੋਏ। ਤਾਂ ਪਹਿਲਾ ਪ੍ਰਸ਼ਨ ਹੈ, ਬੰਗਾਲ ਦੀ ਵੰਡ ਦਾ ਉਦੇਸ਼ ਕੀ ਸੀ? ਇਸ ਵੰਡ ਦਾ ਅਸਲੀ ਉਦੇਸ਼ ਸੀ, ਤਾਂ ਪਹਿਲੇ ਵਿੱਚੋਂ ਇਹਦਾ ਆਨਸਰ ਮਿਲ ਜੂਗਾ। ਅਸਲੀ ਉਦੇਸ਼ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫੁੱਟ ਪਾਉਣੀ ਅਤੇ ਰਾਸ਼ਟਰੀ ਸ਼ਕਤੀ ਨੂੰ ਕਮਜ਼ੋਰ ਕਰਨਾ ਸੀ। ਅਗਲਾ ਪ੍ਰਸ਼ਨ ਹੈ, ਬੰਗਾਲ ਦੀ ਵੰਡ ਦੇ ਵਿਰੁੱਧ ਵਿੱਚ ਕਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ ਸੀ? ਬੰਗਾਲ ਦੀ ਵੰਡ ਦੇ ਵਿਰੁੱਧ ਵਿੱਚ ਸਵਦੇਸ਼ੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਤਾਂ ਇਸ ਦਾ ਉੱਤਰ ਇਹ ਹੈ। ਅਗਲਾ ਹੈ, ਕਾਂਗਰਸ ਵਿੱਚ ਕਿਹੜੇ-ਕਿਹੜੇ ਦਲ ਸਥਾਪਿਤ ਹੋਏ ਸੀ? ਕਾਂਗਰਸ ਵਿੱਚ ਬੰਗਾਲ ਦੀ ਵੰਡ ਹੋਣ ਨਾਲ ਕਾਂਗਰਸ ਵਿੱਚ ਨਰਮ ਦਲ ਅਤੇ ਗਰਮ ਦਲ ਦੋ ਸ਼ਕਤੀਸ਼ਾਲੀ ਦਲ ਸਥਾਪਿਤ ਹੋਏ ਸੀ। ਤਾਂ ਇਹਨਾਂ ਦੇ ਉੱਤਰ ਤੁਹਾਨੂੰ ਇਸ ਪੈਰੇ ਵਿੱਚੋਂ ਮਿਲ ਗਏ। ਉਸ ਤੋਂ ਬਾਅਦ ਆਇਆ ਨਕਸ਼ਾ। ਨਕਸ਼ੇ ਲਈ ਤੁਹਾਨੂੰ ਅਲੱਗ ਵੀਡੀਓ ਦੇਖਣੀ ਪਊਗੀ ਜੋ ਤੁਹਾਡੇ ਲਈ ਜਲਦ ਤੋਂ ਜਲਦ ਅਪਲੋਡ ਕਰ ਦਿੱਤੀ ਜਾਊਗੀ। ਤਾਂ ਫਰੈਂਡਸ, ਇਹ ਸੀ ਆਪਣੀ ਵੀਡੀਓ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।